मैं राणा अतीक दोस्तों के नाल बैठन लगा वा। एक तो मेरे दोस्त ने हाजी अनवर साहब पिंड तो आए ने ते मदर मुश्ताक साहब ने ये माशाअल्लाह पाकिस्तान की सियासत में बड़ी अच्छी तरह हमेशा तो इन्होंने वेख्या भी है तो सोचा भी है तो समझिया भी है। ये मिलन आए सी तो मैं क्या क्यों ना इन्हों नाल गुफ्तगू की जाए, एक तो पिंड की सियासत के हवाले नाल ते दूसरा साड़ियाँ जी संगत जोश हो रहा। एक ही कुछ सिर्फ उत्ते जाके थोड़ा जिहा तरीके दे नाल हो जाता ते नीचे चवला ही वजदियाँ जी। हाजी साहब जिद्दां हुण तुसीं पिंड दा इलैक्शन अक्सर दोस्त तुहाडे भी लड़दे ने, तुसीं भी लड़दे हो, ਉਹਦੇ ਵਿੱਚ ਹੁੰਦਾ ਕੀ ਹੈ ਕਿ ਕੁਝ ਲੋਕਾਂ ਨੂੰ ਤੁਸੀਂ ਜੁੱਤੀਆਂ ਤੇ ਛਿੱਤਰ ਮਾਰ ਕੇ ਕਹਿੰਦੇ ਕਿ ਭਾਈ ਵੋਟ ਇੱਥੇ ਪਾਉਣਾ, ਉਹ ਤੁਹਾਡੇ ਛਿੱਤਰਾਂ ਤੋਂ ਡਰਦੇ। ਕੁਝ ਜਿਹੜੇ ਉਹਨਾਂ ਨੂੰ ਤੁਸੀਂ ਪੈਸੇ ਦੇ ਦਿੰਦੇ ਹੋ ਤੇ ਕੁਝ ਜਿਹੜੇ ਨੇ ਉਹ ਮੂੰਹ ਮਲਾਜ਼ੇ ਨੂੰ ਵੋਟ ਦੇ ਦਿੰਦੇ ਨੇ। ਤੇ ਇਹ ਕੀ ਤਰੀਕਾਕਾਰ ਹੁੰਦਾ ਜੀ ਪਿੰਡ ਦੀ ਸਿਆਸਤ ਦਾ? ਪਿੰਡ ਦੀ ਸਿਆਸਤ ਜਿਹੜੀ ਸ਼ਹਿਰ ਤੋਂ ਅਲੱਗਾ ਹੁੰਦੀ ਹੈ, ਠੀਕ ਹੈ। ਉੱਥੇ ਬਰਾਦਰੀਆਂ ਆ ਜਾਂਦੀਆਂ, ਤਲਕ ਆ ਜਾਂਦੇ, ਪੈਸਾ ਆ ਜਾਂਦਾ, ਖੌਫ ਆ ਜਾਂਦਾ। ਇਹਦੀ ਵਜ੍ਹਾ ਨਾਲ ਕਿ ਜਿਹੜੇ ਇਲੈਕਸ਼ਨ ਵਾਲੇ ਜਾਂ ਉਹ ਜਿੱਤ ਜਾਂਦੇ ਨੇ। ਸ਼ਹਿਰ ਦੀ ਸਿਆਸਤ ਦਾ ਤੇ ਪਿੰਡ ਦੀ ਸਿਆਸਤ ਦਾ ਬੜਾ ਫਰਕ। ਭਾਈ ਸਾਹਿਬ ਸੁਣਨ 'ਚ ਤਾਂ ਇਹੀ ਹੁੰਦਾ ਕਿ ਜਿਹੜੀ ਪਿੰਡ ਦੀ ਸਿਆਸਤ ਆ ਧੜਿਆਂ ਦੀ ਸਿਆਸਤ ਹੈ। ਉਹ ਤਾਂ ਇਸ ਤਰ੍ਹਾਂ ਧੜਿਆਂ ਦੀ ਹੈ ਕਿ ਫਾਰ ਐਗਜ਼ਾਮਪਲ ਜਿਹੜੇ ਤੁਸੀਂ ਹੋ, ਤੁਹਾਡੀ ਇੱਕ ਬੰਦੇ ਨਾਲ ਲਗਤਬਾਜ਼ੀ ਹੈ ਥੋੜ੍ਹੀ, ਦੂਸਰੇ ਨਾਲ ਬਹੁਤੀ। ਉਹ ਤੁਹਾਡਾ ਕੋਈ ਦੋਸਤ ਨਹੀਂ ਖੜਾ ਹੋਇਆ ਜਿਹੜੀ ਥੋੜ੍ਹੀ ਵਾਲੀ ਤੁਸੀਂ ਉਹਦੇ ਨਾਲ ਲੜ ਜਾਣਾ ਤੇ ਲੱਗ ਕੇ ਤੇ ਜਿਹੜੇ ਤੁਹਾਡੇ ਅਦਰ ਬਾਕੀ ਦੋਸਤ ਨੇ ਜਾਂ ਤੁਹਾਡਾ ਜਿਹੜਾ ਹਲਕਾ ਹਬਾਬ ਹੈ ਉਹਨਾਂ ਨੂੰ ਵੀ ਤੁਸੀਂ ਕਹਿਣਾ ਕਿ ਯਾਰ ਇਹਦੇ ਨਾਲ ਆਪਣੀ ਮੁਖਾਲਫਤ ਹੁਣ ਕੋਈ ਨਹੀਂ, ਜਿਹਦੇ ਨਾਲ ਬਹੁਤੀ ਆ ਆਪਾਂ ਉਹਦੇ ਨਾਲ ਅੜਪਸ ਕਰਨੀ ਹੈ ਤੇ ਇਲੈਕਸ਼ਨ ਜਿਹੜਾ ਇਹਦੇ ਨਾਲ ਆਪਾਂ ਲੜਨਾ ਤੇ ਇਹਨੂੰ ਅਸੀਂ ਜਿਤਾਉਣਾ। ਤੇ ਇਸ ਤਰ੍ਹਾਂ ਹੀ ਇਹ ਧੜਿਆਂ ਦੀ ਸਿਆਸਤ ਹੀ ਹੈ ਪਿੰਡ ਜ਼ਿਆਦਾ। ਹਾਂਜੀ, ਪਿੰਡ ਦੀ ਸਿਆਸਤ ਧੜਿਆਂ ਦੀ ਹੈ। ਇਸ ਵਜ੍ਹਾ ਕਰਕੇ ਕਿ ਸ਼ਹਿਰ 'ਚ ਤਾਂ ਕੋਈ ਕਿਸੇ ਕਿਸਮ ਦਾ ਬੈਠਾ ਕੋਈ ਬੈਠਾ ਕੋਈ ਬੈਠਾ। ਪਿੰਡਾਂ 'ਚ ਬਰਾਦਰੀਆਂ ਵਾ, ਰਿਸ਼ਤੇਦਾਰੀਆਂ, ਤਲਕਦਾਰੀਆਂ। ਇਸ ਵਜ੍ਹਾ ਕਰਕੇ ਇਹ ਮਾਹੌਲ ਚੇਂਜ ਆ। ਤੁਹਾਡਾ ਤੇ ਸਾਡੇ ਮਾਹੌਲ 'ਚ ਬੜਾ ਫਰਕ। ਅੱਜ ਸਾਨੂੰ ਸੁਣਨ 'ਚ ਹੈ ਕਿ ਜਿਹੜੀ ਪਿੰਡ ਦੀ ਸਿਆਸਤ ਹੈ ਇਹਦੇ 'ਚ ਮੁਨਾਫਕਤ ਘੱਟ ਹੁੰਦੀ ਹੈ। ਜਿੰਨੇ ਖਲੋਣਾ ਉਹਨੇ ਇਹ ਸਿੱਧਾ ਖਲੋ ਜਾਣਾ ਚਿੱਟਾ ਨੰਗਾ ਹੋ ਕੇ ਕਿ ਭਾਈ ਮੈਂ ਤੇਰੇ ਮੁਖਾਲਫ ਹੀ ਹਾਂ। ਤੇ ਸ਼ਹਿਰਾਂ ਵਿੱਚ ਪਤਾ ਹੀ ਨਹੀਂ ਹੁੰਦਾ ਕਿਹਨੂੰ ਪੈਣਾ ਤੇ ਕਿੰਨੇ ਪਾ ਦੇਣਾ ਤੇ ਕਿੱਥੋਂ ਨਿਕਲਣਾ। ਪਿੰਡ ਜਿੱਦਾਂ ਜੀ ਕਲੀਅਰ ਹੋ ਜਾਂਦਾ, ਸ਼ਹਿਰ 'ਚ ਇੱਦਾਂ ਕਿ ਜਿਹੜਾ ਬੰਦਾ ਆਉਂਦਾ ਉਹ ਮੈਨੂੰ ਵੀ ਕਹਿ ਦਿੰਦਾ ਵੋਟ ਦੇਣਾ, ਤੁਹਾਨੂੰ ਵੀ ਕਹਿ ਦਿੰਦਾ, ਉਹਨੂੰ ਵੀ ਕਹਿ ਦਿੰਦਾ ਤੁਹਾਡੇ ਕੋਲ ਵੀ ਚੀਜ਼ ਖਾ ਲਈ, ਮੇਰੇ ਕੋਲ ਵੀ ਖਾ ਲਈ, ਲੇਕਿਨ ਵੋਟ ਉਹ ਕਿਸੇ ਹੋਰ ਨੂੰ ਜਾ ਕੇ ਦੇ ਦਿੰਦਾ। ਲੇਕਿਨ ਪਿੰਡ 'ਚ ਅਮਲ ਨਹੀਂ ਹੁੰਦਾ। ਪਿੰਡ 'ਚ ਜਿਹਨੂੰ ਕਹਿ ਦੇਣਾ ਉਹਦਾ ਹੀ ਆ, ਉਹਦੇ ਨਾਲ ਹੀ ਤੁਰਨਾ ਜੀ। ਮਤਲਬ ਭਾਈ ਇਸ ਤਰ੍ਹਾਂ ਹੀ ਹੁਣ ਸੀ ਇਹ ਸੈਨੇਟ ਦੇ ਹਵਾਲੇ ਦੇ ਨਾਲ ਅਗਰ ਦੇਖੀਏ ਕਿ ਕੀ ਹੋਇਆ, ਤੁਸੀਂ ਦੇਖੋ ਤੇ ਪੀਟੀਆਈ ਦੀ ਅਕਸਰੀਅਤ ਸੀ, ਲੇਕਿਨ ਜਿਹੜੀ ਨਿਕਲੀ ਹੈ ਉਹ ਗਿਲਾਨੀ ਸਾਹਿਬ ਨਿਕਲ ਆਏ ਆ। ਉਹਦੇ ਵਿੱਚ ਦੋ ਚੀਜ਼ਾਂ ਨੇ, ਕਿਉਂਕਿ ਜਿਹੜਾ ਆਪਣਾ ਹਫੀਜ਼ ਪਾਸ਼ਾ ਸਾਹਿਬ ਨੇ ਇਹਨਾਂ ਨੂੰ ਲੋਕ ਇਸ ਤੋਂ ਨਹੀਂ ਪਸੰਦ ਕਰਦੇ ਕਿ ਇਹ ਹਰ ਗੌਰਮੈਂਟ ਨਾਲ ਹੁੰਦੇ ਨੇ, ਤੇ ਦੂਸਰਾ ਇਹ ਕਹਿ ਲਓ ਕਿ IMF ਜਾਂ ਕਿਸੇ ਵੀ ਅਦਾਰੇ ਉੱਪਰੋਂ ਮੁਸੱਲਤ ਕੀਤੇ ਗਏ ਨੇ। ਲੋਕਾਂ ਨੇ ਆਪਣਾ ਸੈਨੇਟ ਵਾਲੇ ਜਿਹੜੇ ਮੈਂਬਰ ਸੀ ਉਹਨਾਂ ਨੇ ਇੰਤਕਾਮਨ, ਤੁਸੀਂ ਸਮਝਦੇ ਹੋ, ਇਫਤਿਖਾਰ ਗਿਲਾਨੀ ਨੂੰ ਵੋਟ ਦਿੱਤਾ ਜਾਂ ਇਹ ਕੋਈ ਵੈਸੇ ਹੀ ਪ੍ਰੀ ਪਲਾਨ ਕੰਮ ਹੋਇਆ? ਨਹੀਂ ਰਾਣਾ ਸਾਹਿਬ, ਵੇਖੋ ਕਿ ਜੇ ਸ਼ੇਖ ਹਫੀਜ਼ ਸਾਹਿਬ ਉੱਤੋਂ ਮੁਸੱਲਤ ਕੀਤੇ ਜਾਂ ਉਹਨਾਂ ਦੇ ਅਗੇਂਸਟ ਸੀ ਲੋਕ ਜਿਹੜੇ MNA MPs ਸੀ ਖਿਲਾਫ ਸਨ ਕਿ ਬਾਹਰੋਂ ਬੰਦਾ ਆਇਆ ਇਹਨਾਂ ਨੇ ਆ ਕੇ ਸਾਡੇ 'ਤੇ ਮੁਸੱਲਤ ਕਰਨ ਦੀ ਕੋਸ਼ਿਸ਼ ਕਰ। ਤੇ ਦੂਸਰੇ ਪਾਸੇ ਯੂਸਫ ਰਜ਼ਾ ਗਿਲਾਨੀ ਕਿਹੜਾ ਪਾਕ ਸਾਫ ਬੰਦਾ ਹੈ, ਕਰਪਟ ਆਦਮੀ ਸੀਗਾ। ਉਹਦੀ ਮਿਸਿਸ ਦੇ ਹਵਾਲੇ ਨਾਲ ਵੀ ਉਹ ਜਿਹੜੀ ਚੋਰੀ ਦਾ ਹਾਰ ਸੀ ਤੁਰਕੀ ਦੀ ਉਹ ਵੀ ਇੱਕ ਕੇਸ ਬਣਿਆ ਰਿਹਾ, ਖੁਦ ਵੀ ਡਿਫਾਲਟਰ ਨਿਕਲਿਆ। ਫਿਰ ਇੱਕ ਦਿਨ ਪਹਿਲੇ ਉਹਦੇ ਬੇਟੇ ਦੀ ਜਿਹੜੀ ਉਹ ਵੀਡੀਓ ਰਿਲੀਜ਼ ਹੋ ਰਹੀ, ਉਹਦੇ 'ਚੋਂ ਖੁਦ ਮੰਨ ਰਿਹਾ ਉਹਦਾ ਬੇਟਾ ਕਿ ਮੈਂ ਹਾਂ ਇਹ ਮੇਰੀ ਵੀਡੀਓ। ਉਹ ਦੂਸਰੇ ਪਾਸੇ ਵੀ ਤਾਂ ਐਸਾ ਨਹੀਂ ਸੀ, ਲੇਕਿਨ ਇੱਥੇ ਪੈਸਾ ਚੱਲਿਆ। ਨਹੀਂ, ਪੈਸਾ ਦੇਖੋ ਇੱਕ ਗਵਰਨਮੈਂਟ ਆ, ਮੇਰੇ ਹਿਸਾਬ ਨਾਲ ਤੇ ਜਿੰਨਾ ਪੈਸਾ ਗਵਰਨਮੈਂਟ ਕੋਲ ਆ ਫੰਡ ਵੀ ਦੇ ਸਕਦੀ ਆ, ਬਾਕੀ ਵੀ ਕਈ ਤਰੀਕਿਆਂ ਨਾਲ ਉਹਨੂੰ ਆ ਸਕਦੀ ਹੈ। ਤੇ ਕੀ ਪੈਸਾ ਜਿਹੜਾ ਜਹਾਂਗੀਰ ਤਰੀਨ ਨੇ ਜਿਹੜਾ ਪੈਸਾ ਚਲਾਇਆ ਸੀਗਾ ਉਹ ਹੀ ਲੋਕਾਂ ਨੂੰ ਹੱਜ ਤੇ ਲੈ ਕੇ ਗਿਆ ਸੀ? ਉਹਨੇ ਵੀ ਤਾਂ ਇਹ ਕੁਛ ਹੀ ਕੀਤਾ ਸੀ ਨਾ। ਜਹਾਂਗੀਰ ਤਰੀਨ ਨੇ ਤੇ ਇਸ ਦਫਾ ਵੀ ਚਲਾਇਆ, ਸ਼ੇਖ ਹਫੀਜ਼ ਤੋਂ ਵੀ ਉਹਨੇ ਚਲਾਇਆ। ਲੇਕਿਨ ਗੱਲ ਇਹ ਹੈ ਕਿ ਪੈਸਾ ਚੱਲਿਆ ਨਾ ਜੀ। ਇਮਰਾਨ ਖਾਨ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਸ਼ੋਅ ਆਫ ਹੈਂਡ ਵਾਲੀ, ਉਹ ਅਗਰ ਕਰਤੀ ਜਾਂਦੀ ਨਾ ਤੇ ਇਹ ਰਿਜ਼ਲਟ ਮੁਖਤਲਿਫ ਹੁੰਦਾ। ਉਹ ਜਿਹੜੀ ਸੀ ਬੈਲਟ ਦੇ ਉੱਤੇ ਉਹ ਪਾ ਕੇ ਚੋਰੀ ਛੁਪੇ ਉਹਨਾਂ ਨੇ ਉੱਥੇ ਕੰਮ ਪੈ ਗਿਆ। 9 ਵੋਟ ਦਾ ਮੇਰਾ 18-17 ਵੋਟ ਜਿਹੜੇ ਨੇ ਉਹ ਉਸ ਸਾਈਡ ਤੇ ਚਲੇ ਗਏ। 160 ਦੀ ਉਹਨਾਂ ਕੋਲ ਸੀ ਗਿਣਤੀ ਜਿਹੜੀ ਲੈ ਕੇ ਆਈ ਸੀ ਓਪੋਜੀਸ਼ਨ, ਤੇ 100 ਤੇ ਆਪਣਾ ਉਹਨਾਂ ਦੇ 69 ਨਿਕਲੇ। 9 ਵੋਟਾਂ ਦਾ ਉਹਨਾਂ ਦਾ ਫਰਕ ਕਿੱਥੋਂ ਆ ਗਏ? ਉਹ 7 ਮੁਸਤਲਦ ਵੀ ਹੋ ਗਏ, ਖਾਨ ਸਾਹਿਬ ਦਾ ਆਪਣਾ ਵੀ। ਉਸ ਤੋਂ ਪਹਿਲੇ ਤੁਸੀਂ ਦੇਖੋ ਤੇ 35 ਤੇ 65 ਦਾ ਫਰਕ ਸੀ ਜਦੋਂ ਸੈਨੇਟ ਦਾ ਚੇਅਰਮੈਨ ਦਾ ਅਦਮ ਇਤਮਾਦ ਹੋਇਆ ਸੀ। ਤੁਹਾਡੀ ਗੱਲ ਨੂੰ ਮੈਂ ਬਿਲਕੁਲ ਫਾਲੋ ਕਰ ਰਿਹਾ, ਤੁਸੀਂ ਬਜਾ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹਦੀ ਉਹ ਆਪਣਾ ਤਾਇਦ ਕਰ ਰਹੀ ਆ ਜਿਹੜੀ ਬੀਬੀ ਜਿੱਤੀ ਹੈ PTI ਦੀ, ਉਹ ਰਾਸ਼ਿਦਾ ਕੇ ਕੀ ਉਹਦਾ ਨਾਮ, ਉਹਨੂੰ 174-75 ਵੋਟ ਮਿਲ ਰਹੇ ਨੇ। ਅੱਛਾ, ਉਸੇ ਹੀ ਈਵਾਨ ਚੋਂ ਪੈ ਰਹੇ ਨਾ ਉਹਨੂੰ ਵੋਟ। ਨਹੀਂ, ਜਿਹੜੀ ਤੁਸੀਂ ਗੱਲ ਕਰਦੇ ਹੋ, ਦੇਖੋ ਪਾਕਿਸਤਾਨ ਦੀ ਸਿਆਸਤ ਦੇ ਵਿੱਚ
ਹਮੇਸ਼ਾ ਹੀ ਹੋਇਆ। ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਸੀ, ਸੁੱਤੇ ਉੱਠੇ ਤੇ ਸਵੇਰੇ ਪਤਾ ਲੱਗਾ ਹੀ ਸਾਡਾ ਵਜ਼ੀਰ ਆਜ਼ਮ ਮੋਇਨ ਕਰੈਸ਼ੀ ਆ। ਉਸ ਤੋਂ ਬਾਅਦ ਅਸੀਂ ਨਹੀਂ ਦੇਖਿਆ। ਇਹ ਸ਼ੌਕਤ ਜੀ ਤੇ ਹੁਣ ਸਾਡੇ ਕਹਿ ਲਓ ਕਿ ਜਵਾਨੀ ਕੀ ਬਲਕਿ ਹੁਣ ਥੋੜੀ ਦੇਰ ਸ਼ੌਕਤ ਵੀ ਉਹ ਵੀ ਗਿਆ ਉਹਦੇ ਤੇ ਬਲਕਿ ਵਾਲਿदैन ਦੀ ਕਬਰ ਵੀ ਪੈਦਾ ਕੀਤੀ ਗਈ, ਮੋਇਨ ਕਰੈਸ਼ੀ ਵੀ ਕੀਤੀ ਗਈ ਸੀ। ਲੇਕਿਨ ਗੱਲ ਕਰਨ ਦਾ ਮਕਸਦ ਤੇ ਇਹ ਹੀ ਹੈ ਨਾ ਕਿ ਜੇ ਤੁਸੀਂ ਕਹੋ ਕਿ ਸਾਡੀ ਮਰਜ਼ੀ ਹੈ ਸਾਡਾ ਵੋਟ, ਤੇ ਉਹ ਤੇ ਨਿਚਲੀ ਸਤ੍ਹਾ ਤੇ ਨਹੀਂ ਹੁੰਦਾ। ਜਿੱਦਾਂ ਹੁਣ ਹਾਜੀ ਸਾਹਿਬ ਪਿੰਡੋਂ ਆਏ ਨੇ, ਇਹਨਾਂ ਦੇ ਪਿੰਡਾਂ 'ਚ ਵੀ ਇਹੀ ਹੈ ਧੜਾ ਤੇ ਜਾਂ ਛਿੱਤਰ, ਤੇ ਰਹਿੰਦਾ ਹੁੰਦਾ ਥੋੜਾ ਬਹੁਤਾ ਪੈਸਾ। ਪਿੰਡਾਂ 'ਚ ਕਿਹੜਾ ਪੈਸਾ ਨਹੀਂ, ਮੇਰਾ ਖਿਆਲ ਪਿੰਡਾਂ 'ਚ ਪੈਸਾ ਘੱਟ ਯੂਜ਼ ਹੁੰਦਾ। ਕਹਿੰਦੇ ਜੇ ਸਾਡੀਆਂ ਨਾਲੀਆਂ ਬਣਾ ਦਿਓ, ਸਾਡੀਆਂ ਗਲੀਆਂ ਬਣਾ ਦਿਓ, ਕਿਉਂ ਅਦਰਵਾਈਜ਼ ਡਰ ਹੁੰਦਾ ਕਿ ਯਾਰ ਇੰਨੇ ਵੋਟ ਅਗਰ ਇਸ ਪੁਲਿਸ ਸਟੇਸ਼ਨ ਤੋਂ ਨਾ ਲੱਥੇ। ਨਹੀਂ ਤੁਸੀਂ ਜੇ ਇਹ ਹੈ ਨਾ ਸੈਨੇਟ ਦੇ ਇਲੈਕਸ਼ਨ, ਇਹਨੂੰ ਤੁਸੀਂ ਪਿੰਡਾਂ ਦੇ ਇਲੈਕਸ਼ਨਾਂ ਨਾਲ ਨਹੀਂ ਜੋੜ ਸਕਦੇ। ਨਹੀਂ ਗੱਲ ਇਹ ਹੈ ਕਿ ਗੰਦ ਥੱਲੋਂ ਵੀ ਉਹੀ ਹੈ ਨਾ। ਦੇਖੋ ਪੈਸਾ ਵਾ ਸਰ ਜੀ, ਪਿੰਡਾਂ 'ਚ ਘੱਟ ਚੱਲਦਾ, ਸ਼ਹਿਰਾਂ 'ਚ ਜ਼ਿਆਦਾ ਆ ਜਾਂਦਾ। ਪਿੰਡਾਂ 'ਚ ਤੁਸੀਂ ਦੇਖੋ ਸਾਡਾ ਫੈਸਲਾਬਾਦ ਸ਼ਹਿਰ ਆ, ਇੱਥੇ ਹੁਣ ਚੌਧਰੀ ਨਜ਼ੀਰ ਜਿਸ ਹਲਕੇ 'ਚ ਉਹਦੇ ਬੇਟੇ ਖਲੋ ਜਾਂਦੇ ਜਾਂ ਪਹਿਲੇ ਉਹ ਆਪ ਖਲੋਂਦਾ ਸੀ, ਉਹ ਆਪਣੇ ਪੱਲੇ ਸੜਕਾਂ ਲਵਾਤੀ, ਬਿਜਲੀ ਪਵਾਤੀ, ਗੈਸ ਪਵਾਤਾ, ਹਰ ਚੀਜ਼ ਕਰਵਾ ਲਈ। ਮੁੜ ਕੇ ਇਲੈਕਸ਼ਨ ਜਿੱਤੇ ਤੇ ਉਹਨਾਂ ਦੇ ਜਨਾਬ ਉਹਨੇ ਫੰਡ ਲਏ ਤੇ ਉਹ ਬਾਅਦ 'ਚ ਜੇਬ 'ਚ ਪਾ ਲਏ। ਯਾਨੀ ਕਿ ਟੈਂਡਰ ਬਾਅਦ 'ਚ ਹੁੰਦੇ ਸੀ, ਕੰਮ ਪਹਿਲੇ ਹੋ ਜਾਂਦੇ ਸੀ। ਇਹ ਦੇਖੋ ਨਿਚਲੀ ਸਤ੍ਹਾ ਤੇ ਇਹ ਕੁਛ ਹੁੰਦਾ ਤੇ ਫਿਰ ਉੱਤੇ ਵੀ ਇਹ ਕੁਛ ਹੋਣਾ ਨਾ, ਰੋਣਾ ਕਾਹਦਾ। ਲੇਕਿਨ ਉਹ ਆਪਣੀ ਕਾਰਕਰਦਗੀ ਦੇ ਚੌਧਰੀ ਨਜ਼ੀਰ ਇਲੈਕਸ਼ਨ ਜਿੱਤਦਾ ਸੀ, ਕੰਮ ਤੇ ਇਦਾਂ ਹੀ ਹੁੰਦਾ। ਠੀਕ ਹੈ। ਇਸ ਲਈ ਜਿਹੜੀ ਹਕੂਮਤ ਜਾ ਰਹੀ ਨਾ, ਉਹਦੇ 'ਚ ਇਹ ਹੈ ਕਿ ਕੋਈ MNA ਕੋਈ MP ਹੈ, ਉਹ ਇਮਰਾਨ ਖਾਨ ਤੋਂ ਵੈਸੇ ਹੀ ਨਾਲਾ, ਕਿਉਂਕਿ ਕੋਈ ਕੰਮ ਨਹੀਂ ਹੋ ਰਿਹਾ, ਕਿਤੇ ਕੋਈ ਪ੍ਰੋਜੈਕਟ ਨਹੀਂ ਸ਼ੁਰੂ ਹੋ ਰਿਹਾ, ਠੀਕ ਹੈ। ਕੋਈ ਸਕੀਮ ਨਹੀਂ ਐਸੀ ਆ ਰਹੀ, ਕੋਈ ਨੌਕਰੀਆਂ ਨਹੀਂ ਨਿਕਲਦੀਆਂ। ਜਿਨ੍ਹਾਂ ਲੋਕਾਂ ਨੇ ਮੁੰਤਖਬ ਹੋਏ ਨੇ ਹਲਕੇ ਵਾਲੇ ਨੂੰ ਨਹੀਂ ਪੁੱਛਦੇ ਨੇ ਕਿ ਜਨਾਬ ਸਾਡਾ ਕੰਮ ਆ, ਲੇਕਿਨ MP MNA ਜਿਹੜੇ ਜਾਂਦੇ ਕੰਮ ਨਹੀਂ ਹੁੰਦਾ। ਇਹ ਵੀ ਮਤਲਬ ਨਫ਼ਰਤ ਦੇ ਇੱਕ ਇਜ਼ਹਾਰ ਆ, ਠੀਕ ਹੈ। ਬਿਲਕੁਲ ਠੀਕ ਹੈ। ਲੇਕਿਨ ਤੁਸੀਂ ਇੱਕ ਚੀਜ਼ ਇਹ ਦੇਖੋ ਕਿ ਅੱਜ ਤੱਕ ਮੈਂ ਜਦੋਂ ਦੀ ਹੋਸ਼ ਸੰਭਾਲੀ, ਮੇਰੀ ਕੋਈ 50 ਸਾਲ ਉਮਰ ਹੋ ਗਈ, ਤਾਂ ਮੈਂ ਕੋਈ ਹੋਵਾਂਗਾ 35 ਸਾਲ ਪਹਿਲੇ ਤਾਂ ਸੰਭਾਲ ਹੀ ਲਈ ਹੋਏਗੀ ਨਾ ਮਾੜੀ ਮੋਟੀ। ਲੇਕਿਨ ਤੁਸੀਂ ਇਹ ਦੇਖੋ ਕਿ ਕੋਈ ਵੀ ਹਲਕਾ ਉਹਦੇ ਵਿੱਚ ਹਮੇਸ਼ਾ ਉਹੀ ਬੰਦਾ ਜਿੱਤਿਆ ਜਿਹਨੂੰ ਸਿਲੈਕਟ ਕੀਤਾ ਗਿਆ। ਬਹੁਤ ਘੱਟ ਹੁਣ ਤੁਸੀਂ ਦੇਖੋ ਨਾ, ਹਮੇਸ਼ਾ ਪਾਕਿਸਤਾਨ ਦੀ ਪੂਰੀ ਸਿਆਸਤ ਤੁਸੀਂ ਦੇਖ ਲਓ, ਜਿੰਨੇ MP MNA ਇਹਨਾਂ 'ਚੋਂ ਕੋਈ 30 ਕੇ MP ਹੈ ਪੰਜਾਬ 'ਚ, ਤੇ ਪਾਕਿਸਤਾਨ 'ਚ ਇੱਦਾਂ ਹੀ 35 ਤੋਂ 40 MNA ਜਿਨ੍ਹਾਂ ਨੇ ਹਰ ਹਾਲ 'ਚ ਜਿੱਤਣਾ ਹੀ ਹੈ, ਤੇ ਉਹ ਹਰ ਗੌਰਮੈਂਟ ਨਾਲ ਹੁੰਦੇ ਨੇ। ਅਸਲ ਤੇ ਮਜਮੂਈ ਗੰਦ ਖਤਮ ਹੋਣਾ ਚਾਹੀਦਾ ਨਾ। ਮਜਮੂਈ ਗੰਦ ਸੀ ਹੁਣ ਕੱਲਾ ਤੁਸੀਂ ਫਾਰ ਐਗਜ਼ਾਮਪਲ ਜਿੱਦਾਂ ਹੁਣ ਤੁਸੀਂ ਇੱਕ ਲਫ਼ਜ਼ ਆ ਅਕਸਰ ਨੂੰ ਤੁਹਾਡੇ ਕੋਲੋਂ ਸੁਣਨ ਨੂੰ ਮਿਲਦਾ ਵਾ ਕਿ ਜੀ ਇਮਰਾਨ ਖਾਨ ਇੱਕ ਇਮਾਨਦਾਰ ਆਦਮੀ ਹੈ। ਉਹ ਕੱਲਾ ਇਮਾਨਦਾਰ ਕੀ ਕਰੇਗਾ? ਇੱਧਰ ਚੀਨੀ ਚੋਰ, ਇੱਧਰ ਆਟਾ ਚੋਰ, ਜਿਹੜੇ ਪਿੱਛੇ ਖਲੋਤੇ ਨੇ ਉਹ ਖਾਦ ਚੋਰ, ਯਾਨੀ ਕਿ ਸਾਰੇ ਚੋਰਾਂ ਦੇ ਵਿੱਚ ਉਹ ਕੱਲੀ ਇਮਾਨਦਾਰੀ ਕੀ ਕਰੇਗਾ? ਜਾਂ ਤਾਂ ਫਿਰ ਨਿਜ਼ਾਮ ਬਿਲਕੁਲ ਚੇਂਜ ਹੋ ਜਾਏ, ਕੋਈ ਸਦਾਰਤੀ ਨਿਜ਼ਾਮ ਜਾਂ ਇਸ ਟਾਈਪ ਦਾ ਆ ਜਾਏ ਕਿ ਜਿਹੜਾ ਆਵੇ ਉਹ ਆਪਣੇ ਬੰਦੇ ਇੱਦਾਂ ਜਿਹੜੇ MP MNA ਹੁੰਦਾ ਕੀ ਹੈ। ਫਾਰ ਐਗਜ਼ਾਮਪਲ ਜਿਹੜੀ ਗੱਲ ਹਾਜੀ ਸਾਹਿਬ ਨੇ ਕੀਤੀ, ਕੋਈ ਲੋਕੀ ਪੁੱਛਦੇ ਨੇ, ਲੋਕੀ ਪੁੱਛੀ ਜਾਣ, ਲੋਕੀ ਖਾਣ ਖਸਮਾਂ ਨੂੰ, ਕੋਈ ਨਹੀਂ ਕਿਸੇ ਨੂੰ ਪੁੱਛਦਾ ਵੀ ਤਾਂ ਕੋਈ ਜਵਾਬ ਦੇ ਨਹੀਂ। ਬਸ ਇੱਕ ਵਾਰੀ ਉਹਨਾਂ ਨੂੰ ਪਤਾ ਜਿੱਤਣਾ, ਤੇ ਜਿੱਤਣਾ ਤੇ ਉਤਲੇ ਪੈਮਾਨੇ ਤੋਂ ਥੱਲੜੇ ਪੈਮਾਨੇ ਤੋਂ ਆਵਾਮ ਦੇ ਵੋਟਾਂ ਨਾਲ ਕਿੰਨੇ ਜਿੱਤਣਾ। ਜਾਂ ਤੇ ਇੱਕ ਹੋਵੇ ਨਾ ਕਿ ਜੀ ਜਿੰਨੇ 76% ਵੋਟ ਲੈਣੇ ਨੇ ਉਹ ਜਿੱਤਿਆ ਤੇ ਉਹ ਜਿੱਤਿਆ। ਇੱਥੇ ਦੇਖੋ ਜਿਹਦੇ 10% ਵੋਟ ਜਾਂ ਫਾਰ ਐਗਜ਼ਾਮਪਲ ਇੱਕ ਹਲਕੇ 'ਚ ਲੱਖ ਵੋਟ ਆ, 10,000 ਵੋਟ ਪੈ ਗਿਆ, ਬੰਦਾ ਜਿੱਤ ਗਿਆ। ਮੇਰੇ ਹਿਸਾਬ ਨਾਲ ਜਦੋਂ ਇਲੈਕਸ਼ਨ ਨਹੀਂ ਹੋਣੇ ਚਾਹੀਦੇ, ਤੇ ਜਾਂ ਸਦਾਰਤੀ ਹੋਣ ਕਿ ਇੱਕ ਵੱਡੇ ਇਲੈਕਸ਼ਨ ਹੁਣ ਪਤਾ ਹੋਵੇ ਕਿ ਇੱਕ ਬੰਦਾ ਵੇ ਉਹ ਆਪਣੀ ਕਬੀਨਾ ਮੁੰਤਖਬ ਕਰੇ ਤੇ ਬਿਹਤਰ ਤਰੀਕੇ ਨਾਲ ਚੱਲੇ। ਤੇ ਇਹ ਤਾਂ ਸੇਮ ਉਹੀ ਗੱਲ ਹੈ ਨਾ, ਚੌਧਰੀ ਤੇ ਚੌਧਰੀ ਦਾ ਪੁੱਤਰ ਵੀ ਚੌਧਰੀ। ਸਾਡੇ ਬੇਸਿਕਲੀ ਚੈੱਕ ਐਂਡ ਬੈਲੈਂਸ ਹੀ ਕੋਈ ਨਹੀਂ ਨਾ। ਤੁਸੀਂ ਇੱਕ ਚੀਜ਼ ਦੇਖੋ ਨਾ, ਇੱਕ ਸਿਆਸਤਦਾਨ ਹੁਣ ਕਾਇਦੇ ਦਾ ਕੋਈ ਨਹੀਂ ਆਇਆ ਕੋਈ ਸਿਆਸਤ 'ਚ, ਅਲਾਮਾ ਇਕਬਾਲ ਦਾ ਕੋਈ ਨਹੀਂ ਆਇਆ ਸਿਆਸਤ 'ਚ। ਸਾਡੇ ਅੱਗੇ ਇੱਕ ਹੁਣ ਜਿਹੜਾ ਵੀ ਕੋਈ ਪਿੰਡ ਦਾ ਚੌਧਰੀ ਆ ਗਿਆ, ਅੱਗੋਂ ਉਹਦਾ ਪੁੱਤਰ ਵੀ ਚੌਧਰੀ, ਅੱਗੋਂ ਉਹਦਾ ਪੁੱਤਰ ਵੀ ਚੌਧਰੀ। ਜੇ ਇੱਕ ਪੀਰ ਆ ਤੇ ਅੱਗੋਂ ਸਾਰੇ ਹੀ ਉਹਦੇ ਪੀਰ। ਉਹ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਜਿਹੜਾ ਜ਼ਿਆਦਾ ਮਾਰਸ਼ਲ ਦੌਰ ਗੁਜ਼ਰਿਆ ਨਾ, ਉਹਦੇ 'ਚ ਇਹ ਸਾਰਾ ਨਿਜ਼ਾਮ ਜਿਹੜਾ ਨਾ, ਉਹਦੇ 'ਚ ਹੀ ਇਹ ਰਾਇਜ ਹੋਇਆ ਕਿ ਪਿਓ ਦਾ ਬੇਟਾ ਤੇ ਬੇਟੇ ਦਾ ਅੱਗਿਓਂ ਬੇਟਾ, ਇਹ ਸਾਰੀ ਸਿਆਸਤ 'ਚ ਜਿਹੜਾ ਆ ਰਿਹਾ। ਗੱਲ ਇਹ ਹੈ ਇਮਰਾਨ ਖਾਨ ਦੀ ਗੱਲ ਆ ਕਿ ਅਗਰ ਇਮਰਾਨ ਖਾਨ ਨੂੰ ਇਹ ਜਿਹੜੀ ਸੈਨੇਟ 'ਚ ਹੋਈ ਹੈ ਜੋ, ਜਾਂ ਡਸਕੇ ਵਾਲੀ ਸਾਈਡ ਤੋਂ ਜਾਂ ਹੋਰ ਸੀਟਾਂ ਤੋਂ ਜਿੱਥੋਂ PTI ਨਹੀਂ ਜਿੱਤ ਸਕੀ, ਮੇਰੀ ਜਿਹੜੀ ਵਾਬਸਤਗੀ ਕਹਿ ਲਓ ਜਾਂ ਜਿਹੜੀ ਹਮਦਰਦੀ ਇਮਰਾਨ ਵਾਲੀ ਪਾਰਟੀ ਨਾਲ ਹੈ, ਠੀਕ ਹੈ। ਮੈਂ ਇਹ ਸਮਝਦਾ ਕਿ ਇਮਰਾਨ ਖਾਨ ਨੂੰ ਤਵੱਜੋ ਦੇਣੀ ਚਾਹੀਦੀ ਹੈ। ਤੁਸੀਂ ਕਹੋਗੇ ਕਿ ਸ਼ਾਇਦ ਅਸੀਂ ਗੁਫ਼ਤਗੂ ਤੋਂ ਹਟ ਗਏ, ਲੇਕਿਨ ਇਹ ਉਹਦੇ ਨਾਲ ਜੁੜਦੀ ਗੱਲ ਹੈ ਕਿ ਸਾਨੂੰ ਇਮਰਾਨ ਖਾਨ ਨੂੰ ਆਪਣੀ ਪਾਰਟੀ ਦੀ ਤਨਜ਼ੀਮ ਸਾਜ਼ੀ ਤੇ ਜਿਹੜੀ ਨਾ ਤਵੱਜੋ ਦੇਣੀ ਚਾਹੀਦੀ ਹੈ। ਉੱਥੇ ਬੜੀ ਬਦਦਿਆਨਤੀ ਹੋਈ ਹੈ, ਬੜਾ ਕੁਝ ਹੋ ਰਿਹਾ। ਤੁਸੀਂ ਦੇਖੋ ਕਿ ਵਰਕਰਾਂ ਨੂੰ ਇਸ ਟਾਈਮ ਅਗਰ ਫੈਸਲਾਬਾਦ 'ਚ 350 UC ਹੈ, ਅਗਰ ਅਪਰੋਕਸੀਮੇਟਲੀ ਤੁਸੀਂ ਇੰਨੀ ਕੀ ਹੋਏਗੀ, ਅਗਰ 275-74 ਦੇ ਕਰੀਬ ਸੀਸੀਆਂ ਹੈ ਨੇ, ਉਹਨਾਂ 'ਚੋਂ ਤੁਸੀਂ ਜਾ ਕੇ ਸਰਵੇ ਕਰ ਲਓ। ਤੁਸੀਂ ਸਾਫੀ ਹੋ, ਤੁਸੀਂ ਦਾਨਸ਼ਵਰ ਹੋ, ਤੁਸੀਂ ਸਾਰਾ ਕੁਝ ਸਮਝਦੇ ਹੋ, ਤੁਸੀਂ ਆਪਣੀ ਟੀਮ ਲਵੋ, ਸਰਵੇ ਕਰੋ।
ਉਹਨਾਂ ਸਾਰੀਆਂ ਦਾ ਜਿਹੜੇ ਚੇਅਰਮੈਨ ਬਣਾਏ ਗਏ ਨੇ ਜ਼ਕਾਤ ਉਸ਼ਰ ਕਮੇਟੀ ਦੇ ਜਾਂ ਜਿਹੜੀਆਂ ਉੱਥੇ ਹੋਰ ਕਮੇਟੀਆਂ ਬਣੀਆਂ ਉਹਨਾਂ ਦੇ ਚੇਅਰਮੈਨਾਂ ਦੀਆਂ ਲਿਸਟਾਂ ਬਣਾ ਲਓ। ਮੈਂ ਕਹਿੰਦਾ ਅਗਰ 70 ਤੋਂ 75% ਉਹ ਪੀਪਲਸ ਪਾਰਟੀ ਦੇ ਔਰ ਨੂਨ ਦੇ ਬੰਦੇ ਹੋਣਗੇ। ਇਸ ਤਰ੍ਹਾਂ ਹੀ ਪੀਟੀਆਈ ਨਾਲ ਜਿਹੜੇ ਬੰਦੇ ਮੁਖਲਸ ਹੋ ਕੇ ਚੱਲੇ, ਜਿਹੜੇ ਪਿਛਲੇ 22 ਸਾਲਾਂ ਤੋਂ 15 ਸਾਲਾਂ ਨੂੰ ਇਮਰਾਨ ਨਾਲ ਕੰਮ ਕਰ ਰਹੇ ਆ, ਮੈਂ ਫੈਸਲਾਬਾਦ ਦੀ ਗੱਲ ਕਰਦਾ। ਫੈਸਲਾਬਾਦ ਦੀ ਸਤ੍ਹਾ ਤੇ ਆ ਕੇ ਵਰਕਰਾਂ ਨਾਲ ਇਸ ਕਦਰ ਜ਼ਿਆਦਤੀ ਹੋਈ ਹੈ ਕਿ ਵਰਕਰ ਕਿਸੇ ਹੋਰ ਪਾਰਟੀ ਨਾਲ ਜਾ ਨਹੀਂ ਸਕਦੇ ਸੀ, ਉਹ ਨਹੀਂ ਅੱਛਾ ਸਮਝਦੇ, ਉਹ ਚੁੱਪ ਕਰਕੇ ਘਰ ਬੈਠ ਗਏ। ਇਹ ਜਿਹੜੀ VOTING ਹੋਈ ਹੈ, ਜਿਹੜੇ ਇਲੈਕਸ਼ਨ ਹੋਏ, ਉੱਥੇ ਵੀ ਇਹ ਇਮਰਾਨ ਖਾਨ ਨੂੰ PTI ਚੋਂ ਅਗਰ ਨੁਕਸਾਨ ਹੋਇਆ ਤੇ ਸਿਰਫ ਉਹਦੀ ਵਜ੍ਹਾ ਇਹੀ ਹੈ ਕਿ ਵਰਕਰ ਜਿਹੜਾ ਨਾ ਉਹ ਇਹਨਾਂ ਦੇ ਨਾਲ ਨਹੀਂ ਰਿਹਾ। ਦੂਸਰਾ ਮਹਿੰਗਾਈ ਜਿਹੜੀ ਹੈ ਇਹ ਤੇ ਪੂਰੀ ਇੱਕ ਹੈ ਹੀ ਹੈ, ਮਤਲਬ ਜਦੋਂ ਤੁਸੀਂ ਨਿਜ਼ਾਮ ਨੂੰ ਠੀਕ ਕਰਨਾ ਵਾ, ਇਮਰਾਨ ਖਾਨ ਨਿਜ਼ਾਮ ਠੀਕ ਕਰ ਰਿਹਾ, ਮਹਿੰਗਾਈ ਆਣੀ ਸੀ, ਉਹਦੇ ਇੱਕ ਹੈ ਅਲੱਗਾ ਇਸ਼ੂ। ਲੇਕਿਨ ਇਹ ਵਰਕਰਾਂ ਨਾਲ ਜ਼ਿਆਦਤੀ ਹੋਈ ਹੈ, ਉਹਦੀ ਇਹ ਨਤੀਜਾ ਵਾ। MNA ਜਿਹੜੀ ਅੱਜ ਸਾਹਿਬ ਗੱਲ ਕਰ ਰਹੇ ਸੀ, MNA MPA ਜਿਹੜੇ ਨੇ ਉਹਨਾਂ ਨੂੰ ਕੋਈ ਲਿਫਟ ਨਹੀਂ ਹੋ ਰਹੀ। ਖਾਨ ਸਾਹਿਬ ਦਾ ਆਪਣਾ ਇੱਕ ਵਿਜ਼ਨ ਆ, ਉਹਨਾਂ ਨੇ ਉਸ ਤਰੀਕੇ ਨਾਲ ਚੱਲਣ ਦੇ, ਪੂਰੀ ਇਸਟੈਬਲਿਸ਼ਮੈਂਟ ਨੂੰ ਕਿਹਾ ਗਿਆ ਕਿ ਤੁਸੀਂ ਮੈਨੂੰ ਫਾਲੋ ਕਰਨਾ, MNA MPA ਦਾ ਕੋਈ ਕੰਮ ਨਹੀਂ ਕਰਨਾ। ਉਹ ਬੰਦਾ ਨਹੀਂ ਚਲਾ ਸਕਦੇ, SHO ਨਹੀਂ ਬਦਲਾ ਸਕਦੇ, ਆਪਣੀ ਥਾਣੇ ਦਾ ਮੁਹੱਰਰ ਨਹੀਂ ਤਬਦੀਲ ਕਰਾ ਸਕਦੇ MNA MPA ਜਾ ਕੇ, ਤੇ ਉਹ ਕੀ ਤਵੱਕੋ ਰੱਖਣਗੇ ਜਵਾਬ ਵਾਲਾ ਜਦੋਂ ਅੱਗੋਂ ਆਏਗਾ ਉੱਥੇ ਪੈਸੇ ਮਿਲਣਗੇ, ਉਹਨਾਂ ਨੇ ਆਪਣੀ ਜਿਹੜੀ ਕਵਰਿੰਗ ਹੈਗੀ ਉਹ ਕਰਨੀ ਨਹੀਂ। ਉਹੀ ਤੇ ਮੈਂ ਦੇਖੋ ਤੁਹਾਡੇ ਨਾਲ ਗੱਲ ਕਰਦਾ ਪਿਆ, ਇਹ ਇਕੱਲਾ ਖਾਨ ਸਾਹਿਬ ਨਹੀਂ, ਨਵਾਜ਼ ਸ਼ਰੀਫ ਸੀ ਉਦੋਂ ਵੀ ਅਸੀਂ ਉਹੀ ਦੇਖਿਆ ਕਿ ਉਹੀ ਚੰਦ ਟੋਲਾ, ਫਿਰ ਮੁਸ਼ਰਫ ਨਾਲ ਵੀ ਉਹੀ ਟੋਲਾ, ਫਿਰ ਚੌਧਰੀਆਂ ਨੂੰ ਵੀ ਉਹੀ ਟੋਲਾ ਤੇ ਆ ਜਾ ਕੇ ਉਹੀ ਹੈ, ਤੇ ਕੱਲਾ ਫਿਰ ਵਜ਼ੀਰ ਆਜ਼ਮ ਇਹਦੇ ਨਾਲ ਨਾ ਵੜੋ ਉਹ ਚੰਗਾ। ਇਹ ਤਾਂ ਫਿਰ ਕਹਿ ਲਓ ਇੱਕ ਇਕਤਦਾਰ ਦਾ ਸ਼ੌਕ ਆ, ਭਾਵੇਂ ਉਹ ਮੈਨੂੰ ਆ, ਭਾਵੇਂ ਉਹ ਤੁਹਾਨੂੰ ਆ, ਭਾਵੇਂ ਹਾਈ ਸਾਹਿਬ ਨੂੰ ਹੈ, ਕਿ ਸਾਨੂੰ ਇਕਤਦਾਰ ਦੇ ਦਿਓ ਤੇ ਜੋ ਮਰਜ਼ੀ ਕਰਦੇ ਰਹੋ। ਅਸਲ ਗੱਲ ਆ ਪੈਸਾ ਚੱਲਿਆ, ਮੈਂ ਤੁਹਾਡੀ ਗੱਲ ਮੰਨਦਾ, ਲੇਕਿਨ ਦੂਸਰੇ ਪਾਸੇ ਲੋਕ ਇਹਦੇ MPA MNA ਇਹਦੇ ਤੋਂ ਨਾਰਾਜ਼ ਵੀ ਨੇ। ਮੇਰਾ ਖਿਆਲ ਉਹਨਾਂ ਨੇ ਇਹ ਵੀ ਦਿਖਾਇਆ। ਹਾਂ, ਮੈਂ ਵੀ ਇਹੀ ਮੈਂ ਗੱਲ ਕਰ ਰਿਹਾ ਨਾ ਕਿ ਜੀ ਉਹ ਵੀ ਇੱਕ ਚੀਜ਼ ਹੈ, ਪੈਸਾ ਤੇ ਪਲੱਸ ਪੁਆਇੰਟ ਹੈ ਹੀ ਹੈ, ਲੇਕਿਨ ਆਪਣਾ ਗੁੱਸਾ ਕੱਢਣ ਦਾ ਟਾਈਮ ਉਹਨਾਂ ਤੇ ਆ ਗਿਆ ਕਿ ਯਾਰ ਇਹਨਾਂ ਨੇ ਹਫੀਜ਼ ਸ਼ੇਖ ਨੂੰ ਲੈਣ ਦਾ, ਤੇ ਯਾਰ ਇਹ ਤੇ ਬੰਦਾ ਹੀ ਨਹੀਂ। ਗੱਲ ਤੇ ਉਹ ਜਿਹੜੀ ਤੁਸੀਂ ਪਹਿਲੇ ਕੀਤੀ ਹੈ ਨਾ ਕਿ ਜਿੰਨੇ ਵੀ ਇਮਰਾਨ ਖਾਨ ਦੇ ਨਾਲ ਆ ਉਹ ਪਿੱਛੇ ਹੋ ਗਏ। ਹਾਂ, ਉਹਨਾਂ ਨੂੰ ਤਾਂ ਕਰਤਾ ਗਿਆ। ਮੁਸੱਲਤ ਆਏ ਨੇ, ਉਹ ਉਹਦੇ ਦਾएं ਬਾएं ਅੱਗੇ ਪਿੱਛੇ, ਯਾਨੀ ਕਿ ਉਹਦੇ ਕਹਿ ਲਓ ਕਿ ਜਿੰਨੇ ਸਮਝ ਲਓ ਕਿ ਆਪਣਾ ਨੂਨ ਲੀਗ ਜਾਂ ਪੀਪਲ ਪਾਰਟੀ ਦੀ ਜ਼ਬਾਨ 'ਚ ਕਿ ਜਿੰਨੀ ATM ਮਸ਼ੀਨਾਂ ਨੇ ਉਹ ਉਹਦੇ ਨਾਲ ਨੇ, ਤੇ ਬਾਕੀ ਵਰਕਰ ਜਿਹੜੇ ਮੈਂ ਤੁਹਾਡੇ ਪ੍ਰੋਗਰਾਮ 'ਚ ਗੱਲ ਕਰਾਂ ਤੇ ਬਾਅਦ 'ਚੋਂ ਇਹ ਨਾ ਹੋਵੇ ਕਿ ਮੈਂ ਪੌੜੀਆਂ ਵੀ ਨਾ ਉਤਰਾਂ ਤੇ ਮੈਂ ਫੜਿਆ ਜਾਵਾਂ। ਮਕਸਦ ਗੱਲ ਇਸ ਤਰ੍ਹਾਂ ਦੀ ਹੈ ਕਿ ਗੱਲ ਇੱਕ ਬੜੀ ਵੱਡੀ ਹੈ, ਮੇਰੇ ਵੀ ਕੱਦ ਕਾਠ ਤੋਂ ਵੱਡੀ ਗੱਲ ਹੈ ਕਿ ਇਸ ਇਮਰਾਨ ਕੁਛ ਵੀ ਨਹੀਂ ਕਰ ਰਿਹਾ, ਕਰ ਪਿੱਛੇ ਕੁਛ ਹੋਰ ਰਿਹਾ। ਠੀਕ ਹੈ ਨਾ ਜੀ, ਤੁਸੀਂ ਵੀ ਸਮਝਦੇ ਹੋ ਕਿ ਪਿੱਛੋਂ ਸਾਰੀ ਗੇਮ ਕੋਈ ਹੋਰ ਚਲਾ ਰਿਹਾ, ਆਪਣੇ ਐਕਟਰ ਉਹ ਭੇਜ ਰਿਹਾ, ਜਿਹਨੂੰ ਦਿਲ ਕਰਦਾ ਪਹਿਲੇ ਭੇਜ ਦਿੰਦਾ, ਜਿਹਨੂੰ ਬਾਅਦ ਚ ਭੇਜ। ਇਮਰਾਨ ਖਾਨ ਦਾ ਨਾ ਬਣਦਾ ਕਿਉਂ ਭਾਈ ਸਾਹਿਬ? ਜੇ ਇੱਕ ਬੰਦੇ ਨੂੰ ਪਤਾ ਮੈਂ ਕੁਛ ਨਹੀਂ ਕਰਨ ਜੋਗਾ, ਤੇ ਫਿਰ ਜਿਹੜੀਆਂ ਅਸਲ ਲੋਕ ਯਾਰ ਇੱਕ ਬੰਦਾ ਸੋਚਦਾ ਕਿ ਸ਼ਾਇਦ ਮੈਂ ਅੱਗੇ ਜਾ ਕੇ ਮੈਂ ਠੀਕ ਕਰ ਲਵਾਂ, ਸ਼ਾਇਦ ਮੈਂ ਠੀਕ ਕਰ ਲਵਾਂ। ਇਹ ਜਿਹੜੀਆਂ ਇੰਨੀਆਂ ਬੜਕਾਂ ਲਾਈਆਂ ਸੀ ਉਹਦੇ ਚ ਕਿਸੇ ਇੱਕ ਦਾ ਵੀ ਉਹ ਜਦੋਂ ਮਾਨਤ ਚੰਦ ਦੀ ਮੈਨੂੰ ਗੱਲ ਯਾਦ ਆ ਗਈ ਸਟੇਜ ਦੀ, ਉਹ ਕਹਿ ਰਿਹਾ ਕਿ ਯਾਰ ਮੈਂ ਕਹਿੰਦਾ ਕਿ ਗਿਆ ਜਗ੍ਹਾ ਤੇ ਉਹ ਕਹਿੰਦਾ ਅੱਗੇ ਨਾ ਜਾਈ, ਅੱਗੇ ਪੁਲਿਸ ਮਾਰਨ ਡਈ ਬੰਦਿਆਂ ਨੂੰ। ਕਹਿੰਦਾ ਫਿਰ ਕਹਿੰਦਾ ਮੈਂ ਗਿਆ, ਫਿਰ ਕਹਿੰਦਾ ਫਿਰ ਉਹਨਾਂ ਨੇ ਮੈਨੂੰ ਮਾਰਿਆ। ਉਹੀ ਗੱਲ ਹੈ ਨਾ, ਇਮਰਾਨ ਖਾਨ ਕੇ ਸੋਚਿਆ ਯਾਰ ਮੈਂ ਜਾਵਾਂ ਤੇ ਸਹੀ, ਅੰਦਰ ਤੇ ਬੜਾ ਅਸੈਂਬਲੀ 'ਚ ਤੇ ਆਵਾਂ, ਇਕਤਦਾਰ 'ਚ ਤੇ ਆਵਾਂ, ਜਿਸ ਤਰ੍ਹਾਂ ਵੀ ਆ ਗਿਆ। ਉਹ ਭਾਵੇਂ ਨੂਨ ਦੇ ਬੰਦੇ ਲੈ ਲੈ, ਭਾਵੇਂ PTI ਦੇ ਉਹਦੇ ਲੈ ਲੈ, ਪੀਪਲਸ ਪਾਰਟੀ ਦੇ ਲੈ ਲੈ, ਉਹਨੇ ਇੱਕ ਵਾਰੀ ਇਕਤਦਾਰ 'ਚ ਆ ਕੇ ਕੋਸ਼ਿਸ਼ ਕੀਤੀ ਹੈ। ਦੇਖੋ ਇੱਕ ਛੋਟੀ ਜੀ ਗੱਲ ਆ ਸਾਹਿਬ, ਖਾਨ ਸਾਹਿਬ 22 ਸਾਲ ਤੋਂ ਇਹ ਕਹਿ ਰਹੇ ਸੀ ਨਾ ਮੇਰੇ ਕੋਲ ਇਸ ਟਾਈਮ ਦੁਨੀਆ ਦੀ ਸਭ ਤੋਂ ਅੱਛੀ ਟੀਮ ਆ, ਸਾਰੀ ਉਹਨੇ ਸੰਭਾਲੀ। ਕਿੱਧਰ ਗਈ ਫਿਰ ਉਹਦੀ ਟੀਮ? ਲੇਕਿਨ ਉਹਨੇ ਜਿਹੜੀ ਟੀਮ ਸੀ ਉਹਨੂੰ ਤਾਂ ਕਰ ਦਿੱਤਾ ਸਾਈਡ ਦੇ ਉੱਤੇ। ਨਹੀਂ ਉਹਨੇ ਪਹਿਲੇ ਜਮਾਈ ਤੇ ਅਸਦ ਉਮਰ ਨੂੰ ਬਣਾਇਆ, ਫਿਰ ਬਾਕੀ ਵੀ ਜਿੰਨੇ ਉਹਦੇ ਨਾਲ ਜਿਹੜੇ ਸਾਰੇ ਕਹਿੰਦੇ ਸੀ ਕਿ ਮਾਰੇ ਮੁਆਸ਼ਿਆਤ ਆ ਜੀ, ਆ ਫਲਾਣਾ ਜੀ, ਆ ਢੀਂਗਣਾ, ਉਹ ਲੇਕਿਨ ਜਿਹੜੇ ਜਮਾਏ ਉਹ ਵੀ ਕਿਸੇ ਰਾਣਾ ਸਾਹਿਬ ਅਸਦ ਉਮਰ ਜਿਹੜਾ ਉਹਦਾ ਪਹਿਲਾ ਤਜਰਬਾ ਸੀ। ਠੀਕ ਹੈ, ਉਹ ਇਸ ਜੋ ਤਜਰਬਾ ਨਹੀਂ ਸੀ, ਇੰਨੀ ਦੇਰ ਖਪਣ ਦੀ ਲੋੜ ਨਹੀਂ ਸੀ। ਜਿਹੜੇ ਸੀਗੇ ਨਾ ਜਨਮਨ ਆਦਮੀ ਜਾਂ ਜਿਹੜੇ ਸਮਝਦੇ ਸੀ ਉਹ ਲਾਗੇ ਸਾਈਡਾਂ ਦੇ, ਜਿਹੜੇ ਖੁਸ਼ਾਮਦੀ ਲੋਕ ਸੀਗੇ ਉਹਨਾਂ ਨੂੰ ਅੱਗੇ ਲੈ ਆਂਦਾ। ਅੱਗੇ ਉਹ ਲਿਆਂਦੇ ਜਿਨ੍ਹਾਂ ਨੂੰ ਉਹਨੇ ਕਿਹਾ ਕਿ ਤੁਸੀਂ ਸਿਰਫ TV ਤੇ ਬਕਵਾਸ ਕਰਨੀ, ਤੁਸੀਂ ਉਹਦਾ ਗਿਰਬਾਨ ਵੀ ਖੋਲ੍ਹਣਾ, ਉਹਦਾ ਵੀ ਖੋਲ੍ਹਣਾ। ਅੱਛਾ ਜਿਹੜੀ ਗੱਲ ਨਾ ਤੁਹਾਡੀ ਪਹਿਲੇ ਤਜਰਬੇ ਦੀ, ਦੇਖੋ ਮੇਰੀ ਗੱਲ ਸੁਣੋ, ਤੁਸੀਂ ਮਾਸ਼ਾਅੱਲਾ ਬਾਸ਼ਊਰ ਹੋ, ਤੁਹਾਡੀ ਪਹਿਲੀ ਸ਼ਾਦੀ ਹੋਈ, ਤੁਹਾਡਾ ਉਸ ਤੋਂ ਪਹਿਲੇ ਤਜਰਬਾ ਹੈ ਸੀ ਜੀ? ਨਹੀਂ, ਪਹਿਲੀ ਤੋਂ ਪਹਿਲੇ ਤਾਂ ਨਹੀਂ ਸੀ। ਜੇ ਤੇ ਪਹਿਲੀ ਤੋਂ ਪਹਿਲੇ ਮਜ਼ਰ ਭਾਈ ਦੇਖੋ ਇਹ ਤੇ ਹਿਸਾਬ ਦੀ ਗੱਲ ਲਾਜੀਕਲ ਹੀ ਨਾ, ਪਹਿਲਾ ਤਜਰਬਾ ਨਹੀਂ ਮੇਰੀ ਦੇਖੋ ਨਾ ਕਿ ਉਹਨੂੰ ਕੋਈ ਸਾਲ ਕੰਮ ਤੇ ਕਰਨ ਦਿੰਦੇ ਨਾ। ਉਹ ਸਭ 2-2.5 ਸਾਲ ਹੋ ਗਏ, ਹੋਰ ਉਹਨੂੰ ਕੀ ਕਰਨ ਦੇ? ਨਹੀਂ 2.5 ਸਾਲ ਕਿੱਥੇ ਕੀਤਾ? ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਐਜ਼ ਅ ਸਿਆਸੀ ਵਰਕਰ ਨਾ, ਠੀਕ
ਤੇ ਬਾਕੀ ਠੀਕ ਹੈ ਇਨਸ਼ਾਅੱਲਾ। ਇਹ ਜਿਹੜਾ ਸੈਨੇਟ ਦੇ ਹਵਾਲੇ ਨਾਲ ਵੀ ਤੇ ਅੱਜ ਸਾਹਿਬ ਤੁਹਾਡੀ ਪਿੰਡ ਦੀ ਚੰਦਰਾਹਟ ਦੇ ਹਵਾਲੇ ਨਾਲ ਵੀ ਇਨਸ਼ਾਅੱਲਾ ਗੁਫ਼ਤਗੂ ਹੁੰਦੀ ਰਹੇਗੀ ਇਨਸ਼ਾਅੱਲਾ। ਤੇ ਬਾਕੀ ਇਹ ਹੈ ਕਿ ਆਪਣਾ ਇਨਸ਼ਾਅੱਲਾ ਫਿਰ ਬੈਠਾਂਗੇ ਇਨਸ਼ਾਅੱਲਾ, ਬਾਕੀ ਇਨਸ਼ਾਅੱਲਾ। ਵੀ ਮਾਮਲਾ ਦੇਖਾਂਗੇ। ਅੱਜ ਤਾਂ ਤੁਹਾਡੇ ਹੱਥ ਆ ਗਏ ਨਾ। ਗੱਲ ਇਹ ਹੈ ਕਿ ਤੁਸੀਂ ਦੋਸਤ ਹੋ ਭਾਈ ਹੋ, ਕਮ ਸੇ ਕਮ ਇਹ ਦੇਖੋ ਕਿ ਮੁਲਕ ਲਈ ਬਿਹਤਰ ਕੀ ਹੈ ਤੇ ਦੁਆ ਕਰੋ ਕਿ ਅੱਲਾਹ ਕਰੇ ਜੀ ਜੋ ਮੁਲਕ ਨਾ ਮੁਖਲਸ ਨੇ ਨਾ ਉਹ ਲੋਕ ਅੱਲਾਹ ਅੱਲਾਹ ਤਾਲਾ ਸਾਡੇ ਤੋਂ ਮੁਖਲਸ ਦੋਸਤ ਲੈ ਕੇ ਆਮੀਨ।